ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਸਤਿਗੁਰਾਂ ਦੀ ਬਾਣੀ ਕਿ ਕਿਵੇਂ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਦਰ ਤੇ ਬੇਨਤੀ ਕਰਨੀ ਹੈ। ਕਿਸ ਅਵਸਥਾ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਕਿੰਨਾ ਆਪਣੇ ਆਪ ਦੀ ਸੱਚਾਈ ਪੇਸ਼ ਕਰਨੀ ਹੈ। ਹਮ ਪਾਪੀ ਨਿਰਗੁਣ ਕੋ ਗੁਣ ਕਰੀਏ, ਕਿ ਮੈਂ ਤਾਂ ਪਾਪੀ ਹਾਂ, ਮੇਰੇ ਕੋਲ ਕੋਈ ਗੁਣ ਨਹੀਂ ਹੈ, ਮੈਂ ਖਾਲੀ ਹਾਂ, ਮੈਨੂੰ ਗੁਣ ਬਖਸ਼ਿਸ਼ ਕਰੋ। ਪ੍ਰਭ ਹੋਏ ਦਿਆਲ ਨਾਨਕ ਜਨ ਤਰੀਏ। ਫਿਰ ਪ੍ਰਭੂ ਕਿਰਪਾ ਕਰਦਾ ਹੈ, ਦਇਆ ਕਰਦਾ ਹੈ, ਫਿਰ ਆਪਣੇ ਜਨਾਂ ਨੂੰ ਤਾਰ ਲੈਂਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ, ਜਿੱਥੇ 16 ਅਸ਼ਟਪਦੀਆਂ ਗੌੜੀ ਗੁਆਰੇਰੀ ਰਾਗ ਦੀਆਂ ਮਹੱਲੇ ਪਹਿਲੇ ਦੀਆਂ ਆਪਾਂ ਵਿਚਾਰੀਆਂ ਨੇ। ਆਓ ਅੱਗੇ ਗੌੜੀ ਬੈਰਾਗਣ ਮਹੱਲਾ ਪਹਿਲਾ। ਇਹ ਗੌੜੀ ਬੈਰਾਗਣ ਹੈ, ਮਹੱਲੇ ਪਹਿਲੇ ਦੇ ਇਹ ਵੀ ਅਸ਼ਟਪਦੀਆਂ ਨੇ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਸਤਿਗੁਰ ਦੀ ਕਿਰਪਾ ਦੇ ਨਾਲ ਇੱਕ ਉਸ ਪ੍ਰਭੂ ਦਾ ਸਾਨੂੰ ਗਿਆਨ ਹੁੰਦਾ ਹੈ, ਉਸ ਨੂੰ ਜਾਣ ਸਕਦੇ ਹਾਂ, ਉਸ ਨੂੰ ਮਿਲ ਸਕਦੇ ਹਾਂ। ਸੱਚਾ ਗੁਰ ਲੈ ਕੇ ਸੱਚੇ ਗੁਰ ਨੂੰ ਮਨ ਵਿੱਚ ਵਸਾ ਕੇ ਸਤਿਗੁਰ ਦੀ ਸੇਵਾ ਦੇ ਨਾਲ ਹੀ ਮਿਲਾਪ ਹੁੰਦਾ ਹੈ। ਔਰ ਹੋ ਪੰਕਤੀਆਂ ਨੇ। ਇਤ ਉਤ ਰਾਖੋ ਦੀਨ ਦਿਆਲਾ, ਤੋ ਸਰਨਾਗਤ ਨਦਰ ਨਿਹਾਲਾ। ਜਦੋਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਜਦੋਂ ਉਸ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਨੇ, ਨਜ਼ਰਾਂ ਦੇ ਨਾਲ ਦਰਸ਼ਨ ਦੇਖ ਕੇ ਜੀਵ ਨਿਹਾਲ ਹੋ ਜਾਂਦਾ ਹੈ। ਫਿਰ ਆਪ ਪ੍ਰਭੂ ਲੋਕ ਤੇ ਪਰਲੋਕ ਸਾਡੀ ਰਾਖੀ ਕਰਦਾ ਹੈ, ਆਪ ਰਖਵਾਲਾ ਹੋ ਜਾਂਦਾ ਹੈ। ਇਤ ਉਤ ਰਾਖੋ ਦੀਨ ਦਿਆਲਾ। ਇੱਥੇ ਵੀ ਉੱਥੇ ਵੀ ਆਪ ਸਾਡੀ ਰਾਖੀ ਕਰਦਾ, ਰਖਵਾਲਾ ਹੋ ਜਾਂਦਾ ਹੈ। ਜਦੋਂ ਅਸੀਂ ਉਸ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਤੇ ਨਜ਼ਰਾਂ ਨਾਲ ਉਸ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਾਂ। ਜਿਵੇਂ ਇੱਥੇ ਗੁਰਮੁਖਾਂ ਨੇ ਜਿਨ੍ਹਾਂ ਉਸ ਪ੍ਰਭੂ ਦੇ ਦਰਸ਼ਨ ਕੀਤੇ, ਉਸ ਨੂੰ ਦੇਖਿਆ ਤੇ ਸਾਨੂੰ ਸਮਝਾ ਦਿੱਤਾ ਕਿ ਉਸ ਪ੍ਰਭੂ ਦੀ ਸ਼ਰਨ ਵਿੱਚ ਗਏ। ਹੇ ਪ੍ਰਭੂ, ਤੇਰੀ ਸ਼ਰਨ ਦੇ ਵਿੱਚ ਆਏ ਹਾਂ ਤੇ ਨਜ਼ਰਾਂ ਨਾਲ ਨਿਹਾਲ ਹੋ ਗਏ ਤੇਰੇ ਦਰਸ਼ਨ ਕਰਕੇ। ਤੇ ਹੁਣ ਹਰ ਥਾਂ ਇੱਥੇ ਵੀ ਉੱਥੇ ਵੀ ਆਪ ਰਖਵਾਲੀ ਕਰਦਾ ਹੈ। ਕਿਵੇਂ ਰਖਵਾਲੀ ਕਰਦਾ, ਫਿਰ ਉਸ ਸ਼ਬਦ ਦੇ ਵਿੱਚ ਸਮਝਾਉਂਦੇ ਨੇ। ਜਿਉ ਗਾਈ ਕੋ ਗੋਇਲੀ, ਰਾਖੈ ਕਰ ਸਾਰਾ। ਜਿਵੇਂ ਇੱਕ ਗਵਾਲਾ ਹੈ ਜਿਸ ਨੇ ਕੋਲ ਗਾਈਆਂ ਨੇ, ਉਹ ਉਹਨਾਂ ਦੀ ਸੰਭਾਲ ਕਰਦਾ ਹੈ ਕਿ ਉਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜੇ ਆਪਾਂ ਕੁਛ ਵੀ ਘਰ ਦੇ ਵਿੱਚ ਰੱਖਦੇ ਹਾਂ
ਆਪਾਂ ਉਹਨਾਂ ਨੂੰ ਆਪਣੇ ਬਣਾ ਲੈਂਦੇ ਹਾਂ ਅਤੇ ਫਿਰ ਉਹਨਾਂ ਦੀ ਚਿੰਤਾ ਵੀ ਸਾਨੂੰ ਹੈ ਕਿ ਉਹਨਾਂ ਨੂੰ ਭੋਜਨ ਵੀ ਦੇਣਾ ਹੈ। ਕਿਸੇ ਚੀਜ਼ ਨੂੰ ਆਪਣੇ ਬਣਾ ਲਈਏ, ਆਪਾਂ ਪਾਲਦੇ ਹਾਂ, ਘਰ ਵਿੱਚ ਰੱਖਦੇ ਹਾਂ, ਫਿਰ ਉਹਨਾਂ ਨੂੰ ਭੋਜਨ ਦੇਣਾ, ਉਹਨਾਂ ਦੇ ਹੋਰ ਜਿਹੜੀ ਜੇ ਬਿਮਾਰ ਹੈ ਇਲਾਜ ਕਰਵਾਉਣਾ ਫਿਰ ਆਪਣੇ ਫਰਜ਼ ਬਣ ਜਾਂਦਾ ਹੈ। ਇੱਦਾਂ ਜਿਹੜਾ ਗਵਾਲਾ ਹੈ ਗਾਈਆਂ ਨੂੰ ਰੱਖਦਾ ਹੈ, ਉਹਨਾਂ ਦੀ ਸਾਰ ਕਰਦਾ ਹੈ। ਅਹਨਿਸ ਪਾਲੈ ਰਾਖ ਲੈ ਆਤਮ ਸੁਖ ਧਾਰਾ। ਇੱਦਾਂ ਹੀ ਹਰ ਸਮੇਂ ਪ੍ਰਭੂ ਸਾਨੂੰ ਪਾਲਦਾ ਹੈ, ਸਾਡੀ ਰਖਵਾਲੀ ਕਰਦਾ ਹੈ। ਆਤਮ ਸੁਖ ਧਾਰਾ। ਆਪ ਪ੍ਰਭੂ ਆਤਮ ਹਰ ਸਮੇਂ ਸਾਡੀ ਰਖਵਾਲੀ ਕਰਦਾ, ਕਿਉਂਕਿ ਪਰਮੇਸ਼ਰ ਨੇ ਸਾਡੇ ਸਰੀਰ ਦੇ ਵਿੱਚ ਜਿੱਥੇ ਮਨ ਪਾਇਆ ਹੈ ਉੱਥੇ ਆਤਮਾ ਨੂੰ ਵੀ ਪਾਇਆ ਹੈ, ਜਿਸ ਨੂੰ ਆਪਾਂ ਆਤਮ ਰਾਮ ਕਹਿ ਦਿੰਦੇ ਹਾਂ, ਸਤਿਗੁਰ ਕਹਿ ਦਿੰਦੇ ਹਾਂ। ਆਪ ਰਖਵਾਲੀ ਕਰਦਾ ਹੈ। ਕੀ ਅਵਸਥਾ ਬਣ ਜਾਂਦੀ ਹੈ ਜਦੋਂ ਸਾਨੂੰ ਦਰਸ਼ਨ ਹੋ ਜਾਂਦੇ ਨੇ, ਜਦੋਂ ਆਪਾਂ ਨਜ਼ਰਾਂ ਨਾਲ ਦੇਖ ਕੇ ਨਿਹਾਲ ਹੋ ਜਾਂਦਾ ਹੈ ਜੀਵ। ਜਹ ਦੇਖੋ ਤੈ ਰਬ ਰਹੇ ਰੱਖ ਰਾਖਣ ਹਾਰਾ। ਫਿਰ ਜਿੱਥੇ ਵੀ ਦੇਖਦੇ ਉੱਥੇ ਰੱਬ ਰਿਹਾ ਹੈ। ਆਪ ਰਖਵਾਲਾ ਹੈ, ਰੱਖਣ ਵਾਲਾ ਹੈ, ਰੱਖਣਹਾਰ ਹੈ, ਹਰ ਥਾਂ ਤੇ ਹੈ। ਇਸ ਕਰਕੇ ਹਰ ਸਮੇਂ ਸਾਡੀ ਰਖਵਾਲੀ ਕਰਦਾ ਹੈ। ਤੂੰ ਦਾਤਾ ਭਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਫਿਰ ਸਾਨੂੰ ਇਹ ਵੀ ਸੋਝੀ ਹੋ ਜਾਂਦੀ ਹੈ ਕਿ ਤੂੰ ਹੀ ਦਾਤਾ ਹੈ, ਕਿਉਂਕਿ ਦੇਖਣ ਤੋਂ ਬਾਅਦ ਹੀ ਆਪਾਂ ਉਸ ਨੂੰ ਸੰਬੋਧਨ ਕਰ ਸਕਦੇ ਹਾਂ। ਮਿਲਣ ਤੋਂ ਬਾਅਦ ਹੀ ਉਸ ਪ੍ਰਭੂ ਨੂੰ ਦੀ ਉਪਮਾ ਕਰ ਸਕਦੇ ਹਾਂ, ਸਿਫਤ ਸਲਾਹ ਕਰ ਸਕਦੇ ਹਾਂ ਕਿ ਹੇ ਪ੍ਰਭੂ ਤੂੰ ਹੀ ਸਾਨੂੰ, ਤੂੰ ਹੀ ਦਾਤਾ ਹੈ, ਤੂੰ ਹੀ ਸਾਨੂੰ, ਤੂੰ ਹੀ ਦਾਤਾ ਹੈ, ਭੁਗਤਾ ਹੈ, ਤੂੰ ਹੀ ਪ੍ਰਾਣਾਂ ਦਾ ਆਧਾਰ ਹੈ। ਹਰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨ ਅਵਰ ਨਾ ਜਾਣਾ। ਫਿਰ ਦੂਜਾ ਨਹੀਂ ਹੈ, ਆਪ ਹੀ ਦਾਤਾ ਆਪ ਹੀ ਭੁਗਤਾ ਹੈ। ਕਿਰਤ ਭਇਆ ਅਦ ਊਰਤੀ ਬਿਨ ਗਿਆਨ ਵਿਚਾਰਾ। ਜਦ ਤੱਕ ਗਿਆਨ ਨਹੀਂ ਸੀ ਉਨੀ ਦੇਰ ਅਸੀਂ ਕਦੇ ਅਰਧ ਵਾਲੇ ਪਾਸੇ ਤੇ ਕਦੇ ਉਰਦ ਵਾਲੇ ਪਾਸੇ ਧਿਆਨ ਜਾਂਦਾ ਸੀ। ਕਦੇ ਸੱਜੇ ਚਲੇ ਜਾਂਦੇ, ਕਦੇ ਖੱਬੇ ਚਲੇ ਜਾਂਦੇ, ਕਦੇ ਉੱਤੇ ਚਲੇ ਜਾਂਦੇ। ਬਿਨ ਉਪਮਾ ਜਗਦੀਸ਼ ਕੀ ਬਿਨ ਸੈਨਾ ਅੰਧਿਆਰਾ। ਉਦੋਂ ਤੱਕ ਜਦ ਤੱਕ ਆਪਣੀ ਮਤ ਨਾਲ ਚੱਲਦਾ ਹੈ ਜੀਵ, ਕਦੇ ਸੱਜੇ ਚਲੇ ਜਾਂਦਾ ਹੈ, ਕਦੇ ਖੱਬੇ ਚਲੇ ਜਾਂਦਾ ਹੈ, ਕਦੇ ਆਕਾਸ਼ ਚਲੇ ਜਾਂਦਾ ਹੈ, ਕਦੇ ਪਤਾਲ ਚਲੇ ਜਾਂਦਾ ਹੈ, ਪਰ ਉਸ ਦਰ ਦਾ ਗਿਆਨ ਨਹੀਂ ਹੁੰਦਾ ਜਿੱਥੇ ਪ੍ਰਭੂ ਬਸਦਾ। ਇਸ ਕਰਕੇ ਅਗਿਆਨਤਾ ਦੇ ਵਿੱਚ ਜੀਵ ਭੜਕਦਾ ਹੈ। ਬਿਨ ਉਪਮਾ ਜਗਦੀਸ਼ ਕੀ ਬਿਨ ਸੈਨਾ ਅੰਧਿਆਰਾ। ਜਦ ਤੱਕ ਅਸੀਂ ਉਪਮਾ ਸੁਣ ਨਹੀਂ ਲੈਂਦੇ ਉਸ ਪ੍ਰਭੂ ਦੀ, ਹਰੀ ਦਾ ਜਸ ਸੁਣ ਨਹੀਂ ਲੈਂਦੇ, ਹਰੀ ਦਾ ਗਿਆਨ, ਗੁਰ ਦਾ ਗਿਆਨ ਸੁਣ ਨਹੀਂ ਲੈਂਦੇ, ਉਨੀ ਦੇਰ ਸਾਡੇ ਅਗਿਆਨਤਾ ਖਤਮ ਨਹੀਂ ਹੁੰਦੀ, ਅੰਧੇਰਾ ਦੂਰ ਨਹੀਂ ਹੁੰਦਾ। ਕਦੇ ਅਰਧ ਨੂੰ ਚਲੇ ਜਾਂਦਾ ਹੈ, ਕਦੇ ਉਰਦ ਨੂੰ ਚਲੇ ਜਾਂਦਾ ਹੈ ਮਨ, ਜਦ ਤੱਕ ਗਿਆਨ ਤੋਂ ਵਿਹੂਣਾ ਹੈ। ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ। ਤੇ ਸਮਝਾਉਂਦੇ ਨੇ ਕਿ ਇੱਕ ਨਹੀਂ ਸਾਰਾ ਸੰਸਾਰ ਦੇਖ ਰਹੇ ਹਾਂ ਅਸੀਂ ਕਿ ਜੰਮਦਾ ਹੈ, ਬਿਨਸ ਜਾ ਰਿਹਾ ਹੈ। ਕਿਵੇਂ ਬਿਨਸਦਾ ਹੈ? ਲੋਭ ਦੇ ਵਿੱਚ ਜੀ ਫਸਿਆ ਰਹਿੰਦਾ, ਹੰਕਾਰ ਦੇ ਵਿੱਚ ਫਸਿਆ ਰਹਿੰਦਾ ਹੈ। ਹੰਕਾਰ 'ਚ ਆਉਂਦਾ ਹੈ, ਹੰਕਾਰ 'ਚ ਚਲੇ ਜਾਂਦਾ ਹੈ। ਹੰਕਾਰ 'ਚ ਜੰਮਦਾ ਹੈ, ਹੰਕਾਰ ਵਿੱਚ ਮਰ ਜਾਂਦਾ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਬੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲੈ। ਜੋ ਕੁਛ ਵੀ ਕਰਦਾ ਹੈ ਹੰਕਾਰ ਦੇ ਵਿੱਚ ਕਰਦਾ ਹੈ ਤੇ ਲੋਭ ਦੇ ਵਿੱਚ ਵਿਚਰਦਾ ਹੈ, ਕਿਉਂਕਿ ਲੋਭ ਐਸਾ ਹੈ
कि सानू उत्थे लै जांदा है जिथों असीं निकल नहीं सकते। महाराज समझाउंदे ने कि आपां लोभी दा विसाह नहीं करना। लोभी का विसाह ना कीचै, जे का पार वसाए, अंत काल तिथै तू है, जिथे हथ ना कोई पाए। ये सानू फिर नरकां नूं लै जांदा है, क्योंकि सानू कित्थे लै जांदा, नरकां दा कुत्ता बना देंदा है। जिसके अंतर राज अपमान सो नरक पाती हो सुवन। जिदे अंदर लोभ लहर भी है, क्योंकि लोभ लहर सुआन हल्क है। लोभ की जिहड़ी लहर है, इसनूं एक हल्के हुए कुत्ते दी, जिवें हल्के दे कुत्ते नूं लहर चढ़दी है, इदां लोभ है। लोभ दे विच फसिया जी फिर की जाएगा, फिर कुत्ता बन जाएगा। गुर सेवा प्रभ पाया, सच मुक्त द्वारा। ते सच्चा मुक्ति दा द्वारा प्राप्त हुंदा है गुर दी सेवा दे नाल। जिवें पाया जिन्ना पाया उन्हां सानूं दस दिता कि असीं देखिआ संसार दे विच इदां संसार जमदा है, विनसदा है, लोभ दे विच फसिया रहिंदा, हंकार दे विच फसिया रहिंदा है, पर मुक्ति प्राप्त नहीं करदा। क्योंकि मुक्ति तो गुर दी सेवा दे नाल होनी है। पहलां गुर दी सेवा करदे हां, नाम प्राप्त हो जाता है, नाम दिते आउंदे हाँ, प्रभु दा मिलाप हो जाता है, प्रभु दे दर्शन करके मुक्त हो जाइदा है, क्योंकि प्रभु दे दर्शन ही मुक्ति दा द्वारा है। निज घर महल अपार को अपरंपर सोई। निज घर है साडा जिहड़ा महल है, अपार है ते अपरंपर है। जदों ज्ञान हो जाता है, फिर हर पासे जिथे चले जाइए मालिक ही है, साडा निज घर ही है, क्योंकि सीधा रास्ता है। सज्जे खब्बे असीं फिर तन करके जिथे मर्जी घूमी जाइए, लेकिन ध्यान साडा सीधे रास्ते ते चलता रहिंदा है, ते असीं मुक्ति दे विच ही, मुक्ति द्वारे दे विच ही रहिंदे हां। सानू हर समय वो मालिक ही दिसदा है, सच ही दिसदा है। बिन शब्द थिर को नहीं बूझा सुख होई। पर अवस्था कदों बनती है, जदों गुर शब्द नूं मन विच वसा लैंदे हां। जद तक असीं गुर शब्द नहीं लैंदे, क्योंकि जे थिर है गुर है, इत्थे रहना किसने है, गुर ने रहना है, साधु ने रहना है, ते मालिक रहिंदा है। राम रहियो साधु रहियो, रहियो गुर गोबिंद। कहो नानक के जगत में किन जपियो गुरमंत। इस करके समझाउंदे ने भी होर नहीं कोई थिर, गुर दा शब्द ही साडे नाल जाना है, क्योंकि गुर दे शब्द ने ही सानू नाम दी ते प्रभु दी पहचान करवानी है। नाम जब तक ज्ञान नहीं हुंदा, सुख प्राप्त नहीं हुंदा। जब तक असीं गुर शब्द नूं नहीं कमा लैंदे, नाम नूं नहीं बुझ लैंदे, ते जन्म मरण दे विच हां। जिन्हें गुरमुख नाम ना बुझिया, मर जन्म आवे जाए। क्या लै आया ले जाए, क्या फासे जम जाला। मेरा समझाउंदे ने भी की लैके आए सी असीं संसार च जदों आए, एक कपड़ा लैके आए शरीर माया दा, ते होर नहीं कुछ लैके आए, ते लैके भी कुछ नहीं जाना। जो लैके शरीर आया वो भी नाल नहीं जाना। जो तन उपजो संग ही, सो भी संग ना होया। इस करके फिर क्यों कहते जाल दे विच फसते हैं, जमा दे जाल विच फसते हैं। क्या फासा जम जाला। डोल बद्दा कस जेवरी, आकाश पताला। जद असीं इन्हां जाल दे विच फस जांदे हां, साडी हालत मन दी क्यों जी हो जाती है, जिवें किसी डोल नूं
ਪਹਿਲੇ ਜ਼ਮਾਨਿਆਂ ਦੇ ਵਿੱਚ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਹੁੰਦੇ ਸੀ, ਡੋਲ ਨੂੰ ਰੱਸਾ ਬੰਨ੍ਹ ਲੈਂਦੇ ਸੀ ਤੇ ਕਦੇ ਡੋਲ ਨੂੰ ਖੂਹ 'ਚ ਸਿੱਟ ਦਿੰਦੇ, ਭਰਿਆ ਬਾਹਰ ਕੱਢ ਲੈਂਦੇ, ਫਿਰ ਖੂਹ 'ਚ। ਉਹ ਹਾਲਤ ਸਾਡੀ ਹੈ ਜੋ ਅੰਧਕੂਪ ਦੇ ਵਿੱਚ ਜਾਂਦਾ ਹੈ ਜੀਵ। ਡੋਲ ਦੀ ਨਿਆਈ ਹੈ। ਇਸ ਕਰਕੇ ਜਦੋਂ ਏਦਾਂ ਚੱਲਦਾ ਹੈ ਉਦੋਂ ਫਿਰ ਜਮਾ ਦੇ ਵਸ ਹੈ। ਗੁਰਮਤਿ ਨਾਮ ਨਾ ਵਿਸਰੈ, ਸਹਿਜੇ ਪਤ ਪਾਈਐ। ਗੁਰ ਦੀ ਮੱਤ ਲੈ ਲਈਏ। ਜੇ ਗੁਰ ਦੀ ਮੱਤ ਨੂੰ ਮਨ ਵਿੱਚ ਵਸਾ ਲਈਏ, ਸਾਨੂੰ ਵਿਸਰੇ ਨਾ, ਫਿਰ ਸਾਨੂੰ ਕਿੱਥੇ ਮਾਣ ਮਿਲਦਾ ਹੈ? ਸਹਿਜ ਘਰ ਵਿੱਚ ਸਾਨੂੰ ਇੱਜ਼ਤ ਮਿਲਦੀ ਹੈ, ਪਤ ਮਿਲਦੀ ਹੈ। ਅੰਤਰ ਸ਼ਬਦ ਨਿਦਾਨ ਹੈ, ਮਿਲ ਆਪ ਗਵਾਈਏ। ਇੱਦਾਂ ਗੁਰ ਦੇ ਸ਼ਬਦ ਦੁਆਰਾ ਜਦੋਂ ਅਸੀਂ ਅਭਿਆਸ ਕਰਦੇ ਹਾਂ, ਆਪਾ ਖਤਮ ਹੋ ਜਾਂਦਾ ਹੈ, ਮਨ ਪ੍ਰਕਾਸ਼ ਹੋ ਜਾਂਦਾ ਹੈ ਤੇ ਫਿਰ ਖਜ਼ਾਨਾ ਮਾਲਕ ਦਾ ਪ੍ਰਾਪਤ ਹੁੰਦਾ ਹੈ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਆਪ ਦਇਆ ਕਰਦਾ ਹੈ ਪ੍ਰਭੂ, ਨਦਰਾਂ ਬਖਸ਼ਿਸ਼ ਕਰਦਾ ਹੈ, ਗਿਆਨ ਬਖਸ਼ਿਸ਼ ਕਰਦਾ ਹੈ ਤੇ ਫਿਰ ਉਹ ਗੁਣ ਜਿੰਨਾ ਪਹਿਲਾਂ ਗੁਣ ਦੂਰ ਸੀ ਉਹ ਸਾਡੇ ਅੰਗ ਸੰਗ ਰਹਿੰਦਾ ਹੈ। ਪਹਿਲਾਂ ਮਨ ਔਗਣਾਂ 'ਚ ਫਸਿਆ ਸੀ, ਗੁਣਾਂ ਦੀ ਸਾਰ ਨਹੀਂ ਸੀ, ਤੇ ਫਿਰ ਜਦੋਂ ਗੁਰ ਸ਼ਬਦ ਨੂੰ ਮਨ ਵਿੱਚ ਵਸਾ ਲੈਂਦਾ ਹੈ, ਗਿਆਨ ਲੈ ਲੈਂਦਾ ਹੈ, ਫਿਰ ਗੁਣ ਸਾਡੇ ਸੰਗੀ ਬਣ ਜਾਂਦੇ ਨੇ ਤੇ ਔਗਣ ਸਾਡੇ ਖਤਮ ਹੋ ਜਾਂਦੇ ਨੇ। ਕਿਉਂਕਿ ਪਰਮੇਸ਼ਰ ਨੇ ਕੋਈ ਵੀ ਐਸਾ ਜੀਵ ਨਹੀਂ ਜਿਸ ਦੇ ਵਿੱਚ ਔਗਣ ਨਹੀਂ ਪਾਏ ਤੇ ਗੁਣ ਨਹੀਂ ਪਾਏ। ਗੁਣ ਵੀ ਪਾਏ ਤੇ ਔਗਣ ਵੀ ਪਾਏ, ਲੇਕਿਨ ਸਾਡੇ ਤੇ ਹੈ ਕਿ ਅਸੀਂ ਕਿਸ ਨੂੰ ਮਨ ਵਿੱਚ ਵਸਾਉਣਾ ਹੈ, ਕਿਸ ਨੂੰ ਤਿਆਗਣਾ ਹੈ। ਕਿਉਂਕਿ ਔਗਣ ਤਾਂ ਹੀ ਖਤਮ ਹੁੰਦੇ ਨੇ ਜੇ ਅਸੀਂ ਗੁਣਾਂ ਨੂੰ ਬੁੱਝ ਲਈਏ। ਪਰ ਗੁਣ ਸਾਨੂੰ ਉਦੋਂ ਤੱਕ ਨਹੀਂ ਮਿਲਦੇ ਜਦ ਤੱਕ ਅਸੀਂ ਗੁਰ ਸ਼ਬਦ ਦੀ ਵਿਚਾਰ ਨਹੀਂ ਸੁਣਦੇ। ਮਹਾਰਾਜ ਸਮਝਾਉਂਦੇ ਨੇ, ਆਪ ਗੁਣੀ ਭਰਪੂਰ ਹੈ, ਗੁਣ ਭੀ ਵਸੈ ਨਾਲ, ਬਿਨ ਸਤਿਗੁਰ ਗੁਣ ਨਾ ਜਾਪਣੀ, ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਗੁਰ ਸ਼ਬਦ ਦੀ ਵਿਚਾਰ ਨਹੀਂ ਸੁਣ ਲੈਂਦੇ, ਸਾਨੂੰ ਗੁਣ ਦੀ ਸੋਝੀ ਨਹੀਂ ਹੁੰਦੀ, ਬੇਸ਼ੱਕ ਨਾਲ ਹੀ ਵਸਦੇ ਨੇ। ਜੇ ਫਿਰ ਮਾਲਕ ਕਿਰਪਾ ਕਰਦਾ ਹੈ, ਸਾਨੂੰ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾ ਦਿੰਦਾ ਹੈ, ਫਿਰ ਮਨ ਮਾਲਕ ਨਾਲ ਮਿਲ ਜਾਂਦਾ ਹੈ ਤੇ ਫਿਰ ਗੁਣਾਂ ਦਾ ਖਜ਼ਾਨਾ ਪ੍ਰਭੂ ਬਖਸ਼ਿਸ਼ ਕਰ ਦਿੰਦਾ ਹੈ। ਨਾਨਕ ਮੇਲ ਨਾ ਚੂਕਈ, ਲਾਹਾ ਸੱਚ ਪਾਵੇ। ਏਦਾਂ ਫਿਰ ਜਦੋਂ ਮਿਲਾਪ ਹੋ ਜਾਂਦਾ ਹੈ, ਪ੍ਰਭੂ ਦਇਆ ਕਰਦਾ ਹੈ, ਫਿਰ ਸਾਡਾ ਕਦੇ ਵੀ ਵਿਛੋੜਾ ਨਹੀਂ ਹੈ। ਫਿਰ ਅਸਲੀ ਲਾਹਾ, ਸੱਚਾ ਲਾਹਾ, ਮਾਲਕ ਦੇ ਨਾਮ ਦਾ ਲਾਹਾ, ਪ੍ਰਭੂ ਦੇ ਦਰਸ਼ਨਾਂ ਦਾ ਲਾਹਾ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਕਦੇ ਵਿਛੋੜਾ ਨਹੀਂ ਹੈ। ਜਦੋਂ ਇੱਕ ਵਾਰੀ ਆਪਣੇ ਬਣਾ ਲਿਆ, ਪ੍ਰਭੂ ਨੇ ਦਇਆ ਕੀਤੀ, ਦਇਆ ਕਰ ਦਿੰਦਾ ਹੈ, ਆਪਣੇ ਦਰਸ਼ਨ ਦੇ ਦਿੰਦਾ, ਆਪਣੀ ਪਹਿਚਾਣ ਕਰਵਾ ਦਿੰਦਾ ਹੈ ਤੇ ਫਿਰ ਸਾਡਾ ਮੇਲ ਕਦੇ ਵੀ ਚੁੱਕਦਾ ਨਹੀਂ ਹੈ, ਹਮੇਸ਼ਾ ਮਿਲਿਆ ਰਹਿੰਦਾ ਹੈ, ਸਾਡਾ ਕਦੇ ਵਿਛੋੜਾ ਨਹੀਂ ਪੈਂਦਾ। ਅਗਲਾ ਸ਼ਬਦ, ਇੱਕ ਸ਼ਬਦ ਹੋਰ ਵਿਚਾਰ ਲੈਂਦੇ ਹਾਂ। ਇਹ ਵੀ ਗੌੜੀ ਰਾਗ ਦੇ ਵਿੱਚ ਬੈਰਾਗਣ ਦਾ ਹੀ ਮਹੱਲਾ ਪਹਿਲਾ ਹੈ। ਸ਼ਬਦ ਹੈ, ਔਰ ਹੋ ਪੰਕਤੀਆਂ ਨੇ, ਬਿਨ ਗੁਰ ਸ਼ਬਦ ਨਾ ਛੂਟੀਐ, ਦੇਖੋ ਵਿਚਾਰਾ, ਜੇ ਲਖ ਕਰਮ ਕਮਾਵਹੀ, ਬਿਨ ਗੁਰ ਅੰਧਿਆਰਾ। ਸਮਝਾਉਂਦੇ ਨੇ ਕਿ ਜਦ ਤੱਕ ਅਸੀਂ ਗੁਰ ਸ਼ਬਦ ਨਹੀਂ ਲੈਂਦੇ, ਗੁਰ ਸ਼ਬਦ ਦੀ ਸੋਝੀ ਨਹੀਂ ਲੈਂਦੇ, ਛੁੱਟ ਨਹੀਂ ਸਕਦੇ, ਸਾਡੀ ਅਗਿਆਨਤਾ ਦੂਰ ਨਹੀਂ ਹੁੰਦੀ, ਅੰਧੇਰਾ ਦੂਰ ਨਹੀਂ ਹੁੰਦਾ। ਹੋਰ ਜਿੰਨੇ ਮਰਜ਼ੀ ਕਰਮ ਕਰ ਲਈਏ, ਜੇ ਲੱਖਾਂ ਕਰਮ ਕਰ ਲਈਏ, ਜੇ ਲੱਖ ਕਰਮ ਕਮਾਵਹੀ, ਬਿਨ ਗੁਰ ਅੰਧਿਆਰਾ। ਜਿੰਨੇ ਮਰਜ਼ੀ ਕਰਮ ਕਰ ਲਈਏ, ਗੁਰ ਤੋਂ ਬਿਨਾਂ ਅੰਧੇਰਾ ਹੈ।
बिन गुर शब्द न छूटिए देखो विचारा। कहते देख लो विचार के, जब तक असी गुर शब्द दी ज्ञान नहीं लैंदे, विचार नहीं सुनते, गुर शब्द नूं नहीं समझते, उस नूं देख नहीं लैंदे अखां दे नाल, क्योंकि गुर अखां दे विच नेत्रां दे विच पाया जाता है, जो जिसनूं सुरमा भी कह दिता है ज्ञान दा। उदों तक जिन्ने मर्जी असी कर्म कर लईए साडा अज्ञानता दा अंधेरा दूर नहीं हुंदा। लखां कर्म कर लईए, एक नहीं दो नहीं। ये रहो पंक्तियां ने शब्द दियां। हुण शब्द शुरू हुंदा है, गुर प्रसादी बूझ ले तो होए नवेरा। हाँ, जे तू गुर दा शब्द लैके गुर दी सेवा दे नाल तू बुझ लएगा, फिर तेरा नवेड़ा हो जाएगा। कर कर नाम निरंजना सो ठाकुर मेरा। फिर ऐसा ठाकुर है जिहड़ा अपना उसनूं आपां बुझ लवांगे, उसनूं जान लवांगे, जिहड़ा घर घर विच वसदा है, सारियां दे दसवें द्वार च मालक वसदा है। घट घट मैं हर जू बसै, संतन कहो पुकारो। संतना पुकार के कह देता है कि कर घट घट दे विच वसदा। ऐसी कोई जगह ही नहीं है जिस विच नहीं वसदा, ऐसा कोई हृदय ही नहीं जिस दे विच नहीं वसदा। लेकिन जब तक सानू ज्ञान ही नहीं जिथे प्रभु वसदा है, असी किवें उसदे दर्शन कर सकते हैं, जब तक सानू हृदय च प्रवेश ही नहीं करना होंदा। इस करके समझाउंदे ने भी प्रभु तो साडा ऐसा है, ऐसा ठाकुर है मेरा, घर घर दे विच वसदा है। पर गुर दी किरपा नाल, गुर दा ज्ञान लैके सानू बुझना पएगा, गुर दी सेवा दे नाल बुझना पएगा, फिर ही साडा नवेड़ा होना है। फिर उस ठाकुर नूं देख सकदे जिहड़ा घट घट दे विच वस रहा है। अंधे अकली बारे क्या तिन स्यो कहिए। हुण जिन्हां नूं अकल नहीं है, जिहड़े अंधे ने, अखां हुंदे भी अंधे ने, क्योंकि अखां दे विच ज्ञान दा सुरमा नहीं पाया, ते उन्हां नूं क्या कहिए। क्योंकि जब तक उस दे गाहक नहीं हन, जब तक वो सोझी नहीं लैंदे, उन्हां नूं किवें समझाया जावे, क्योंकि समझ नहीं आउणी। बिन गुर पंथ न सुझई कित बिदनर बहिया। ऐसे जीव गुर दा ज्ञान नहीं लैंदे, अपने घर नूं जाण दा रस्ते दी सोझी नहीं लैंदे कि किवें अपने रस्ते ते जाना है, किहड़ा रस्ता है, किवें फिर उन्हां दा निर्वाह होएगा जीवन, किवें उस प्रभु दे नाल मिलाप कर सकदे ने। क्योंकि जे गुर नहीं लैणगे ते सोझी नहीं होनी। इस करके जिहड़े जीव सब तो पहला जिन्हां नूं सोझी नहीं है, उन्हां नूं गुर दा ज्ञान देना है, फिर ही वो ये सारा कुछ समझ सकते ने। क्योंकि गुर तो बिना ज्ञान ही नहीं हुंदा। जिन्ना मर्जी कथा कहानियां कर लईए, कथा कहानियां जुगां तो हुंदियां रहीआं ने, लेकिन वेदां शास्त्रां दे विच सानूं यही समझाया है, गुरबाणी विच यही समझाया है कि गुर तो बिना ना साडी भगती होनी है, ना सानू ज्ञान होना है। चाहे 100 सूरज हजारां सूरज 100 चंद्रमा चढ़ जावे, लेकिन गुर तो बिना अंधेरा ही अंधेरा है। खोटे को खरा कहे, खरे सार ना जाने। हुण जिहड़ा ने ज्ञान नहीं लिया गुर शब्द दा, ते गल्लां बहुत करदे, कथा कहानियां बहुत सुणाउंदे ने, ते आपां देखांगे संसारिक जीव उन्हां नूं ज्ञानी कहंदे ने। इत्थे तक कह देंदे ने कि पंथ दे सिरमौर कथावाच, उन्हां नूं खरे समझदे ने, पर है खोटे। क्योंकि जब तक सानू खरे दी सार नहीं है, असी खोटियां नूं ही खरे
ਕਹਿ ਜਾਂਦੇ ਹਾਂ। ਅੰਧੇ ਕਾ ਨੌ ਪਾਰਖੂ ਕਲੀ ਕਾਲ ਵਿਡਾਣੇ। ਕਹਿੰਦੇ ਇਹ ਚਰਜਤਾ ਹੈ, ਇਹ ਚਰਜ ਵਾਲੀ ਗੱਲ ਹੈ ਕਲਯੁਗ ਦੀ, ਕਿ ਜਿਹੜੇ ਅੰਧੇ ਜਿਨ੍ਹਾਂ ਪ੍ਰਭੂ ਨੂੰ ਦੇਖਿਆ ਹੀ ਨਹੀਂ ਹੈ, ਆਪਣੇ ਆਪ ਦੀ ਪਹਿਚਾਣ ਹੀ ਨਹੀਂ ਵੀ ਅਸੀਂ ਕੌਣ ਹਾਂ, ਪ੍ਰਭੂ ਕਿੱਥੇ ਵਸਦਾ ਹੈ, ਸਾਡਾ ਹਿਰਦਾ ਕਿੱਥੇ ਇਹ ਹੈ, ਕਿਵੇਂ ਅਸੀਂ ਪ੍ਰਵੇਸ਼ ਕਰਨਾ ਹੈ, ਉਹਨਾਂ ਨੂੰ ਪਾਰਖੂ ਕਹਿੰਦੇ ਨੇ। ਇਹ ਚਰਜਤਾ ਹੈ ਕਲਯੁਗ ਦੀ, ਅੰਨਿਆਂ ਨੂੰ ਪਾਰਖੂ ਕਹਿੰਦੇ ਨੇ, ਕਿਉਂਕਿ ਆਪ ਨਾ ਗਿਆਨ ਹੋਣ ਕਰਕੇ। ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ। ਤੇ ਏਦਾਂ ਹੀ ਜਿਹੜਾ ਤ੍ਰੈ ਗੁਣਾਂ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ ਮਨ, ਅਸੀਂ ਉਸ ਨੂੰ ਜਾਗਦਾ ਕਹਿੰਦੇ ਹਾਂ ਕਿ ਜਾਗ ਪਿਆ। ਤੇ ਜਿਹੜਾ ਜੀਵ ਜਾਗ ਪੈਂਦਾ ਹੈ ਜਦੋਂ ਇਹ ਸੰਸਾਰ ਨੂੰ ਛੱਡਦਾ ਹੈ, ਤ੍ਰੈ ਗੁਣਾਂ ਨੂੰ ਛੱਡਦਾ ਹੈ ਰੋਜ਼, ਉਦੋਂ ਮਨ ਜਾਗਦਾ ਹੈ। ਅਸੀਂ ਕਹਿ ਦਿੰਦੇ ਹੁਣੇ ਸੌਂ ਗਿਆ। ਗੁਰਬਾਣੀ ਅਨੁਸਾਰ ਉਦੋਂ ਉਹ ਜਾਗ ਪਿਆ ਜਦੋਂ ਤ੍ਰੈ ਗੁਣਾਂ ਤੋਂ ਵੱਖ ਹੋ ਗਿਆ। ਜਿਵੇਂ ਰਾਤ ਨੂੰ ਆਪਾਂ ਤ੍ਰੈ ਗੁਣਾਂ ਤੋਂ ਵੱਖ ਹੋ ਜਾਂਦੇ ਹਾਂ, ਉੱਥੇ ਆਪਾਂ ਚਾਹੇ ਸੁਪਨਾ ਦੇਖਦੇ ਹਾਂ, ਪਰ ਉੱਥੇ ਮਨ ਜਾਗਿਆ ਹੁੰਦਾ ਹੈ, ਉੱਥੇ ਆਪਣੇ ਘਰ ਵਿੱਚ ਵਸਦਾ ਹੈ, ਤੇ ਅਸੀਂ ਉਸ ਨੂੰ ਕਹਿ ਦਿੰਦੇ ਸੁੱਤਾ ਹੈ। ਤੇ ਜਦੋਂ ਸਰੀਰ ਜਾਗ ਪੈਂਦਾ ਹੈ, ਮਨ ਤ੍ਰੈ ਗੁਣਾਂ 'ਚ ਸੌਂ ਜਾਂਦਾ ਹੈ, ਅਸੀਂ ਉਸ ਨੂੰ ਜਾਗਦਾ ਕਹਿੰਦੇ ਹਾਂ, ਕਿਉਂਕਿ ਉਲਟ ਕਹਿੰਦੇ ਹਾਂ। ਜੀਵਤ ਕੋ ਮੂਆ ਕਹੇ, ਮੂਏ ਨਹੀਂ ਰੋਤਾ। ਏਦਾਂ ਹੀ ਜਿੰਨੀ ਦੇਰ ਇਸ ਮਾਇਆ ਦੇ ਦੇਸ਼ ਦੇ ਵਿੱਚ ਮਨ ਹੈ, ਗੁਰਬਾਣੀ ਕਹਿੰਦੀ ਹੈ ਕਿ ਮਨ ਇੱਥੇ ਨਾਮ ਤੋਂ ਬਿਨਾਂ ਇਹ ਮਿਰਤਕ ਹੈ, ਪਰ ਅਸੀਂ ਕਹਿੰਦੇ ਜੀਵਤ ਹੈ। ਤੇ ਜਦੋਂ ਮਨ ਮਰਦਾ ਹੈ ਇੱਥੇ, ਮਰ ਕੇ ਫਿਰ ਜੀਵਤ ਅਵਸਥਾ ਵਿੱਚ ਜਾਂਦਾ ਹੈ, ਉਸ ਦਾ ਨਾ ਗਿਆਨ ਹੋਣ ਕਰਕੇ, ਜਾਂ ਅਸੀਂ ਜੀਵ ਮਰਦਾ ਹੈ, ਮਰ ਕੇ ਛੁੱਟਦਾ ਹੈ ਇੱਥੋਂ, ਕਿਉਂਕਿ ਉਹ ਮਰਨ ਤੋਂ ਬਾਹਰ ਹੈ। ਇਸ ਕਰਕੇ ਅਸੀਂ ਉਲਟ ਕਹਿੰਦੇ ਹਾਂ, ਗੁਰਬਾਣੀ ਉਸ ਤੋਂ ਉਲਟ ਕਹਿੰਦੀ ਹੈ। ਅਸੀਂ ਮਰੇ ਹੋਏ ਨੂੰ ਜੀਵਤ ਕਹਿੰਦੇ ਹਾਂ ਤੇ ਜੀਵਤ ਨੂੰ ਮੁਰਦਾ ਕਹਿੰਦੇ ਹਾਂ, ਲੇਕਿਨ ਉਲਟਾ ਹੈ। ਜਦੋਂ ਮਨ ਤ੍ਰੈ ਗੁਣਾਂ 'ਚ ਸੁੱਤਾ ਹੈ, ਗੁਰ ਦੀ ਸੋਝੀ ਨਹੀਂ ਹੈ, ਪਰਮੇਸ਼ਰ ਨੂੰ ਜਾਣਿਆ ਨਹੀਂ, ਉਦੋਂ ਇਹ ਮੁਰਦਾ ਹੈ। ਜਦੋਂ ਮਨ ਵਿੱਚ ਹਰੀ ਵਸ ਜਾਂਦਾ ਹੈ, ਉਦੋਂ ਇਹ ਜੀਵਤ ਹੈ। ਇਸ ਕਰਕੇ ਉਲਟ ਖੇਲ ਹੈ। जीवत को मुआ कहे, मुए को जीवत कहे, जीवत को मुआ कहे, मुए नहीं रोता। पर जब तक मन मरिया होया है, उत्थे इसनूं कोई अफसोस नहीं कि इसनूं गुर दे ज्ञान द्वारा अमर पद भी कर लईए, इसनूं जीवित कर लईए, मुए नूं जीवित कर लईए। पर किवें हुंदा है? अमृत पी के। मुआ जीवाया अमृत पियाया, बहुड़ मरना होई। आबत को जाता कहे, जाते को आया। ਹੁਣ ਜਿਹੜਾ ਆਉਂਦਾ ਹੈ ਆਪਣੇ ਘਰ, ਆਉਣਾ ਕੀ ਹੁੰਦਾ? ਆਪਣੇ ਘਰ ਵਿੱਚ। ਉੱਥੇ ਅਸੀਂ ਕਹਿ ਦਿੰਦੇ ਹਾਂ, ਜਦੋਂ ਆਪਣੇ ਘਰ ਵਿੱਚ ਆਉਂਦਾ ਹੈ, ਆਪਾਂ ਕਹਿੰਦੇ ਜਾਤਾ, ਵੀ ਚਲੇ ਗਿਆ। ਜਦੋਂ ਆਪਣੇ ਘਰ 'ਚ ਆਇਆ, ਉਸ ਨੂੰ ਕਹਿੰਦੇ ਅਸੀਂ ਵੀ ਜਾਤਾ। ਜਿਵੇਂ ਆਪਾਂ ਰਾਤ ਨੂੰ ਵੀ ਛੱਡ ਕੇ ਆਪਣੇ ਘਰ ਜਾਂਦੇ ਹਾਂ, ਆਪਾਂ ਕਹਿੰਦੇ ਹਾਂ ਹੁਣ ਪਾਉਣ ਨੂੰ ਛੱਡ ਗਿਆ, ਚਲੇ ਗਿਆ। ਇਹ ਮਰ ਕੇ ਜੀਵ ਜਾਂਦਾ, ਆਪਾਂ ਕਹਿੰਦੇ ਚਲੇ ਗਿਆ। ਤੇ ਗੁਰਬਾਣੀ ਕਹਿ ਦਿੰਦੀ ਨਹੀਂ, ਆਪਣੇ ਘਰ 'ਚ ਆ ਗਿਆ। ਤੇ ਜਦੋਂ ਅਸੀਂ ਇੱਧਰ ਆ ਜਾਂਦੇ ਮਾਇਆ ਦੇ ਦੇਸ਼ ਵਿੱਚ, ਉਦੋਂ ਆਪਾਂ ਕਹਿੰਦੇ ਆ ਗਿਆ, ਪਰ ਅਸੀਂ ਆਪਣੇ ਘਰ ਤੋਂ ਪ੍ਰਦੇਸ਼ 'ਚ ਚਲੇ ਗਏ। ਉਲਟਾ ਹੈ। ਪਰ ਕੀ ਕੋ ਆਪਣੀ ਕਹੇ, ਆਪਣੋ ਨਹੀਂ ਪਾਇਆ। ਪਰਾਇਆ, ਪਰਾਇਆ ਕੀ ਹੈ? ਸਰੀਰ ਤੋਂ ਸਾਰਾ ਕੁਛ ਪਰਾਇਆ। ਆਪਣੇ ਸਰੀਰ ਤੋਂ ਖੇਲ ਸ਼ੁਰੂ ਹੋ ਜਾਂਦਾ ਹੈ, ਤਨ ਤੋਂ। ਇਹ ਸਭ ਕੁਛ ਪਰਾਇਆ ਹੈ।
ਇਹਨੂੰ ਆਪਣਾ ਸਮਝਦਾ ਹੈ ਜੋ ਵੀ ਹੈ, ਕਿਉਂਕਿ ਇਸ ਸੰਸਾਰ ਦੇ ਵਿੱਚ ਜਿਸ ਨੂੰ ਅਸੀਂ ਆਪਣਾ ਸਮਝਦੇ ਹਾਂ ਉਹ ਆਪਣਾ ਨਹੀਂ ਹੈ। ਜੋ ਆਪਣਾ ਉਸ ਨੂੰ ਜਾਣਿਆ ਨਹੀਂ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਿਨ। ਦੇਖੋ ਸੋਚ ਵਿਚਾਰੀ ਵੀ ਜਿਹੜਾ ਪਰਾਇਆ ਹੈ ਇਸ ਨੂੰ ਅਸੀਂ ਆਪਣਾ ਸਮਝਦੇ ਹਾਂ। ਆਪਣਾ ਜੋ ਹੈ, ਆਪਣਾ ਕੀ ਹੈ? ਨਾਮ ਆਪਣਾ ਹੈ, ਪਰਮੇਸ਼ਰ ਆਪਣਾ ਹੈ, ਜੋਤ ਆਪਾਂ ਹਾਂ। ਉਹ ਸਾਨੂੰ ਪਾਉਂਦਾ ਨਹੀਂ। ਉਹਦਾ ਗਿਆਨ ਲੈ ਕੇ ਵੀ ਬਹੁਤ ਸਾਰੇ ਜੀਵਾਂ ਨੂੰ ਨਹੀਂ ਪਾਉਂਦਾ, ਕਿਉਂਕਿ ਪਰਾਇਆ ਇਸ ਨੂੰ ਪਾਉਂਦਾ, ਆਪਣਾ ਨਹੀਂ ਪਾਉਂਦਾ। ਜਿਵੇਂ ਸੰਸਾਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਆਪਣਿਆਂ ਨਾਲ ਸਾਨੂੰ ਪਿਆਰ ਨਹੀਂ ਹੁੰਦਾ, ਦੂਜਿਆਂ ਨਾਲ ਪਿਆਰ ਕਰਦੇ ਹਾਂ। ਆਪਣਿਆਂ ਦਾ ਸਤਿਕਾਰ ਨਹੀਂ ਕਰਦੇ, ਦੂਜਿਆਂ ਦਾ ਕਰਦੇ ਹਾਂ। ਇੱਦਾਂ ਹੀ ਇੱਥੇ ਮਨ ਹੈ ਜਿਹੜਾ ਜੋ ਆਪਣਾ ਹੈ ਉਸ ਨੂੰ ਭੁੱਲ ਜਾਂਦਾ ਹੈ, ਜੋ ਬੇਗਾਨਾ ਉਸ ਨੂੰ ਆਪਣਾ ਸਮਝਦਾ ਹੈ। ਇਹਨੂੰ ਮਹਾਰਾਜ ਸਮਝਾਉਂਦੇ ਨੇ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੜਨਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ दूर पराना है। छोड़ जाए तिसका शर्म करे, संग साई तिस पर हरै। चंदन लेप उतारे तोए गर्त प्रीत भस्म संग होए। भी जिहड़ा अपना उसनूं पराया समझदा है, उहनूं जाणदा नहीं, उस दे नाल प्यार नहीं पाउंदा, उस नूं पाउंदा नहीं। जिहड़ा पराया उसनूं अपना समझदा है। मीठे को कौड़ा कहे, कड़ुए को मिठा। हुण जिहड़ा मिठा है, गुरबाणी अनुसार नाम मिठा है, उस तो बिना सब कुछ कौड़ा है। ते जिहड़ी माया है ये कौड़ी है, क्योंकि इसनूं समझदा तां जी मिठा करके है, लेकिन इसदा स्वाद किहड़ा है? कौड़ा। मिठा करके खाओ, कौड़ा उपजियो साध। मिठा है अमृत नाम प्रभु दा, वो सानू कौड़ा लगता है। ते माया जिहड़ी कौड़ी है ये सानू मिठी लगती। जो त्रै गुण विख है ये सानू मिठी लगती है। राते की निंदा करे, ऐसा कलम है डिठा। कहते कलयुग दे विच देखिया जिहड़े उस प्रभु दे नाम च रते ने उन्हां दी निंदा करते ने, ते जिहड़े दूजे ने उन्हां नाल प्यार करते ने। ये कलयुग दी रीत है। जो भी आए, जिवें गुरु नानक साहब जी भी आए जदों, उस समय भी गुरु नानक साहब नूं माड़ा कहंदे सी लोग। जदों भगतां ने प्रभु नूं जाणिया, भगतां नूं भी मूर्ख, कमला बहुत सारे नाम लैंदे सी, क्योंकि उन्हां नूं इह सोझी नहीं है कि सच की है ते झूठ की है। मन का ही नहीं पता। जद तक मन का भेत नहीं आउंदा, मन की सोझी नहीं आउंदी, उदों तक सानू ये ज्ञान ही नहीं हुंदा जो सतगुरां दी बाणी दे विच समझाया गया है। चेरी की सेवा करे, ठाकुर नहीं दीसै। सेवा किसदी करदा है? माया दी। त्रै गुणां दे विच शरीरां दी सेवा करदा है, क्योंकि ठाकुर तो इस नूं दिसदा नहीं है, उसका दर्शन नहीं कीते। इस करके सेवा किसदी करेगा? उहदी दासी दी। पोखर नीर बिरोलीए, मख नहीं रीसै। ये तो कहते फिर वो हालत है भी जे आपां पानी दे विच मधानी पा लईए, उसनूं रिड़कना शुरू कर दईए, उस दे विचों मक्खन नहीं निकलेगा। तो हालत साडी हुई है। मक्खन तो दुध विचों ही निकलेगा। दुध नूं उबालिया होएगा, जाग लाया होएगा, दही जम्मिया होएगा, फिर ही मक्खन निकलेगा। लेकिन पानी दे विचों मक्खन नहीं आउंदा। इस तरीके नाल जीव जिहड़ा है उल्ट खेल चल रहा है। ये सारा ज्ञान कदों होना है? जदों सच्चा गुर मिलता है। सतगुर मिले उल्टी पई। ये मत साडी उल्टदी है गुर दी किरपा दे नाल, जिन्हों जीवत मरना भी कहते हैं। गुर प्रसादी
ਜਿਹਨੂੰ ਮਹਾਰਾਜ ਸਮਝਾਉਂਦੇ ਨੇ ਜੀਵਤ ਮਰੈ। ਗੁਰ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦ ਦੀ ਉਲਟੀ ਹੋਵੇ ਮਤ ਬਦਲਾਹੋ। ਵੀ ਗੁਰ ਦੇ ਗਿਆਨ ਦੁਆਰਾ ਸਾਡੀ ਮਤ ਉਲਟੀ ਹੋਣੀ ਹੈ। ਸਤਿਗੁਰ ਮਿਲਿਆ ਉਲਟੀ ਪਈ। ਫਿਰ ਜਦੋਂ ਅਸੀਂ ਮਤ ਉਲਟ ਜਾਂਦੀ ਹੈ, ਫਿਰ ਸਾਨੂੰ ਪ੍ਰਕਾਸ਼ ਦੀ ਸੋਝੀ ਆਉਂਦੀ ਹੈ। ਫਿਰ ਸਾਨੂੰ ਪਤਾ ਚੱਲਦਾ ਹੈ ਕਿ ਮਨ ਦਾ ਮਰਨਾ ਕੀ ਹੈ ਤੇ ਤਨ ਦਾ ਮਰਨਾ ਕੀ ਹੈ। ਮਨ ਦਾ ਆਉਣਾ ਤੇ ਜਾਣਾ ਕੀ ਹੈ। ਫਿਰ ਇਹ ਮਿੱਠਾ ਕੀ ਹੈ, ਕੌੜਾ ਕੀ ਹੈ, ਰਤਿਆ ਕੌਣ ਹੈ ਤੇ ਵਿਛੜਿਆ ਕੌਣ ਹੈ, ਖੋਟਾ ਕੌਣ ਹੈ, ਪਾਰਖੂ ਕੌਣ ਹੈ। ਇਹ ਫਿਰ ਹੀ ਸਾਨੂੰ ਸੋਝੀ ਆਉਂਦੀ ਹੈ। ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ। ਜਿਹਨਾਂ ਇਹਨਾਂ ਨੂੰ ਇਹ ਜਿਹੜੇ ਪਦ ਲਿਖੇ ਨੇ, ਇਹਨਾਂ 'ਚ ਸਮਝ ਲਵੇ, ਆਪਣੇ ਨਿਜ ਘਰ ਦਾ ਸੋਝੀ ਹੋ ਜਾਵੇ, ਆਪਣੇ ਚੌਥੇ ਪਦ ਦਾ ਗਿਆਨ ਲੈ ਲਵੇ, ਉਹ ਫਿਰ ਮਹਾਰਾਜ ਕਹਿੰਦੇ ਸਾਡਾ ਗੁਰੂ ਹੈ। ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ, ਨਾਨਕ ਚੀਨੇ ਆਪ ਕੋ ਸੋ ਅਪਾਰਾ। ਵੀ ਆਪਣੇ ਆਪ ਨੂੰ ਪਹਿਲਾਂ ਜਾਣ ਲਵੇ, ਆਪਣੇ ਪ੍ਰਕਾਸ਼ ਰੂਪ ਨੂੰ ਜਾਣ ਲਵੇ। ਜਦੋਂ ਆਪਣੇ ਆਪ ਨੂੰ ਜਾਣ ਲਿਆ ਤੇ ਆਪਣਾ ਰੂਪ ਕੀ ਹੈ, ਅਸਲੀ ਪ੍ਰਕਾਸ਼, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ, ਅਪਾਰ ਹੈ। ਹੁਣ ਤੱਕ ਅਸੀਂ ਕਿਸ ਨੂੰ ਸਮਝਦੇ ਹਾਂ? ਆਪਾਂ ਮਿਥਿਆ ਹੈ। ਜੋ ਮਿਥਿਆ ਕਿੱਥੇ ਤੱਕ ਹੈ? ਸੰਸਾਰਿਕ ਅਵਸਥਾ ਜਿਹੜੀਆਂ ਮਿਥਿਆ ਨੇ, ਝੂਠੀਆਂ ਨੇ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਤਰੋ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਚਰਨ ਸਰਨ, ਜਪ ਜਪ ਜੀਵੈ ਨਾਨਕ ਹਰਿ ਕੇ ਚਰਨ। ਸਾਧੂ ਦੀ ਸ਼ਰਨ ਜਾ ਕੇ ਭਗਤੀ ਕਰਦਾ ਹੈ, ਸਥਿਰ ਹੋ ਜਾਂਦਾ ਹੈ। ਫਿਰ ਪ੍ਰਭੂ ਦੇ ਚਰਨਾਂ ਨੂੰ ਜਪ ਜਪ ਕੇ ਜੀਵਨ ਬਣ ਜਾਂਦਾ ਹੈ। ਸਭ ਆਪੇ ਆਪ ਵਰਤਦਾ, ਆਪੇ ਪਰਮਾਇਆ। ਤੇ ਸਮਝਾਉਂਦੇ ਨੇ ਸਾਰੇ ਪਾਸੇ ਆਪ ਹੀ ਵਰਤ ਰਿਹਾ ਹੈ। ਜਿਨ੍ਹਾਂ ਨੂੰ ਗਿਆਨ ਕਰਵਾ ਦਿੰਦਾ ਹੈ, ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ ਤੇ ਦੂਜਿਆਂ ਨੂੰ ਆਪ ਹੀ ਪਰਮ ਚ ਪਾ ਕੇ ਰੱਖਦਾ ਹੈ। ਪਰਮਾਉਣ ਵਾਲਾ ਕੌਣ ਹੈ? ਆਪ। ਸਭ ਆਪੇ ਆਪ ਵਰਤਦਾ, ਆਪੇ ਪਰਮਾਇਆ, ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ। ਵੀ ਜੇ ਆਪਾਂ ਗੁਰ ਦਾ ਗਿਆਨ ਲੈ ਕੇ ਗੁਰ ਦੀ ਸੇਵਾ ਦੇ ਨਾਲ ਗੁਰ ਨੂੰ ਕਮਾ ਕੇ ਦੇਖੀਏ ਤੇ ਅਸੀਂ ਬੁੱਝ ਲਈਏ ਉਸ ਪ੍ਰਭੂ ਨੂੰ, ਫਿਰ ਸਾਨੂੰ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਨਜ਼ਰ ਆਏਗਾ। ਕਿਉਂਕਿ ਹਰ ਥਾਂ ਸਮਾਇਆ ਹੋਇਆ ਹੈ, ਸਮਾਇਆ ਹੈ ਬ੍ਰਹਮ ਤੇ ਪੌਣ ਮਾਇਆ। ਮਾਇਆ ਬ੍ਰਹਮ ਰਮੈ ਸਭ ਸੰਗ। ਇਕੱਠੇ ਵਸਦੇ ਨੇ ਕਿਉਂਕਿ ਸਾਡੇ ਕੋਲ ਉਹ ਜੁਗਤੀ ਨਹੀਂ ਹੈ, ਉਹ ਗਿਆਨ ਨਹੀਂ ਹੈ, ਉਹ ਗੁਰ ਨਹੀਂ ਹੈ ਕਿ ਅਸੀਂ ਮਾਇਆ ਅੱਡ ਕਰ ਲਈਏ ਤੇ ਬ੍ਰਹਮ ਨੂੰ ਅੱਡ ਕਰ ਲਈਏ। ਜਦੋਂ ਅਸੀਂ ਗੁਰ ਲੈ ਕੇ ਮਾਇਆ ਨੂੰ ਕਿਵੇਂ ਅੱਡ ਕਰਨਾ ਹੈ ਬ੍ਰਹਮ ਤੋਂ, ਗੁਰ ਨੂੰ ਕਮਾ ਲਈਏ ਤੇ ਜਦੋਂ ਸਾਡਾ ਗੁਰ ਨੂੰ ਸਾਡੇ ਤੇ ਭਰੋਸਾ ਆ ਜਾਂਦਾ ਹੈ, ਫਿਰ ਅਸੀਂ ਦੇਖ ਸਕਦੇ ਹਾਂ ਕਿ ਹਰ ਪਾਸੇ ਬ੍ਰਹਮ ਹੀ ਬ੍ਰਹਮ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਿਨ ਬੂਝਿਆ ਬਿਸਮਨ ਬਿਸਮ ਪੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ। ਉਹ ਦਾਤੇ ਦੁਖ ਕਾਟਣ ਹਾਰ, ਜਾ ਕੇ ਸੰਗ ਤਰੇ ਸੰਸਾਰ। ਜਨ ਕਾ ਸੇਵਕ ਸੋ ਬੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਉਹ ਸੇਵਕ ਬੜ ਭਾਗੀ ਹੈ ਜਿਨ੍ਹਾਂ ਦਾ ਸੰਗ ਕਰਨ ਨਾਲ ਇੱਕ ਪ੍ਰਭੂ ਦੇ ਨਾਲ ਲਿਵ ਜੁੜ ਜਾਂਦੀ ਹੈ। ਸੋ ਆਓ ਗੁਰਮੁਖ ਪਿਆਰਿਓ, ਹੁਣ ਆਪਾਂ ਅਭਿਆਸ ਕਰੀਏ, ਲਿਵ ਜੋੜੀਏ ਗੁਰ ਦਾ, ਸਮਝ ਕੇ ਗੁਰ ਦੇ ਗਿਆਨ ਨੂੰ ਕਮਾ ਕੇ ਤੇ ਬੁੱਝ ਲਈਏ, ਸਾਡਾ ਨਿਵੇੜਾ ਹੋ ਜਾਵੇ ਤੇ ਘਟ ਘਰ ਦੇ ਵਿੱਚ ਸਾਰਿਆਂ ਦੇ ਵਿੱਚ ਸਾਨੂੰ ਉਹ ਸਾਡਾ ਠਾਕਰ ਬਣ ਜਾਵੇ ਜਿਹੜਾ ਸਾਰਿਆਂ 'ਚ ਵਰਤਦਾ ਹੈ। ਕੋਈ ਵੀ ਜਿਸ ਤੋਂ ਖਾਲੀ ਨਹੀਂ ਹੈ।
क्योंकि आप वो ठाकर नहीं बनाना कि एक थां है दूजी थां नहीं है, जे किसे च है जो सारे च है, सर्वव्यापी है। किवें आपां उस नूं मन विच वसाउणा है, किवें अपनी दृष्टि निर्मल करनी है। आओ आपां पहला समझ लईए, फिर आपां करांगे। नेत्र साडे जिहड़े जित्थों आपां देखते हाँ, जो कि दो नेत्र ने अपने, ते परमेश्वर एक जोत है। ते ज्यों ही साडा मन पाउण च आके मिलदा है, दो हो जाता है, क्योंकि दो नेत्र ने। जिन्नी देर ये दो दे विच है, इस नूं मारे दस्सिया कि जिवें एक बीज नूं असीं दल दईए, दाल कर दईए, दो कर दईए, वो हालत साडी है, क्योंकि मन दियां दो जोतां हो गईयां ने। जद तक एक नहीं हुंदा, जिवें एक बीज एक हुंदा है, जिहड़ा दलिया होया वो नहीं उगदा, पर साबत बीज है जिहड़ा वो जम पैंदा है। इहदा ही महाराज समझाउंदे ने कि हुण जिवें एक बीज दे उत्तों जदों दलदे हां, उपरला छिलका भी उतर जांदा है। इदां ही साडा मन जिहड़ा है ये बीज दाल की तरह हो गया है, वो फिर उगदा नहीं है। मेरे समझाउंदे ने कि कलयुग दे विच जिहड़ी हालत है साडी, साडा बीज पत उतर गया है, पियो बीज पत लै गए, अब क्यों उगवै दाल। जे होए तां उगवै, रुती हूँ रुत होए। जिवें दाणे खोण उगदे ने, पर वो दाणे रुत्तां दे हिसाब नाल उगदे ने। जिवें हुण समां आपां कणक बीजी है, कणक उगदी है, होर सारियां जिहड़ियां फसलां ने सौणी दी हाड़ी दियां वो आपां बीजियां ने, वो उग सकदियां ने। जे आपां सौणी दियां फसलां बीजीए पहलां, जदों हाड़ी दा समां हुंदा है, नहीं उगदियां। ते अगे आपां हाड़ी दियां फसलां, जदों सौणी दियां फसलां दा समां आ गया, फिर हाड़ी दियां फसलां नहीं हुंदियां। लेकिन नाम ऐसा है जिहड़ा कदे भी बीजा जा सकता है, पर एक होना चाहिए, दो नहीं। इस करके मेरा समझाउंदे ने, जे एक होए तां उगवे, रुती हूँ रुत होए। कोई मर्जी रुत होवे, फिर ये उगदा है। सो आपां देखना है कि साडी हालत की है। असीं दो दली हुई दाल दी न्याई हाँ, जां असीं साबत हाँ, एक हाँ। जदों आपां दोनां नेत्रां नूं इस पॉइंट ते देखदे हाँ ध्यान लगा के, ते फिर आपां देखना है कि सानू नक दिसदा। जे नक दिसदा है, फिर साडी हालत दली हुई दाल की तरह है, असीं दो दृष्ट हाँ। जे नहीं दिसदा ते फिर आपां एक दृष्ट हाँ, साबत हाँ, क्योंकि वही अगे उगेगा। जे आपां फिर देखना है, जे नक दिसदा है, फिर किस पासे दिसदा है, सज्जे दिसदा है, खब्बे दिसदा जां विचाले दिसदा है। इन्ना अपने आप नूं परखना है। इस पॉइंट ते मेरे वाल समझ लो, हो सकता कोई नवा जीव होवे। पहला इस पॉइंट ते दोनों नेत्रां नूं सम करांगे, इदां देखांगे, ते फिर मैं इत्थों आवाज़ देवांगा कि ध्यान सामने लेके आओ। इत्थों आपां सामने देखना, फिर आवाज़ देवांगा कि ध्यान नूं मस्तक दे सामने लै जाओ, पलका उत्ते चुक दे। फिर जदों कहांगा सामने, फिर बस सामने, फिर जदों कहांगे सम करके देखो, फिर इस पे देखना है।
जिन्ना मैं जीव कोई पहला नक दिसता उसने फिर चेक करना है कि दिसनों हट गया, फिर वो एक हो गया। किसी ने पाई सानू पथ, उस प्रभु ने फिर सानू एक कर देंदा है। तो जिन्हें तोड़ी है साडी, फिर टुटी गण देंदा है। फिर आपां अगे ध्यान लावांगे जिमें जिमें समा होया। सो आओ पहला नेत्र सम करिए, अपने आप नू पहचानिए। ध्यान सामने लेके आओ जी। मस्तक दे सामने ले जाओ, पलका उत्ते चुको। फिर सामने लेके आओ। फिर सम करके देखो अपने आप को। नीचे ले जाओ ध्यान। ध्यान नीचे जो भी थले आप बैठे विषया है, अपने तो थोड़ा आगे फर्श जो है, नीचे फर्श है, चादर जो भी है, उस तो थोड़ा जा ऊपर देखने की कोशिश करनी है। 5-6 उंगल देखने की कोशिश करनी है। उत्थे सानू प्रकाश अनुभव होना शुरू होएगा। जिमें पानी दियां सरोवर च पानी दी हलचल होंदी है, इदां इत्थे प्रकाश दी हलचल अनुभव होएगी पानी की तरह।
फिर सम करके देखो अपने आप ਨੂੰ। फिर नीचे ले जाओ ध्यान। फिर नीचे ले जाओ ध्यान। और फिर सम करके देखे अपने आप ਨੂੰ। नीचे रखो ध्यान ਨੂੰ।
ਸਮ ਕਰਕੇ ਦੇਖੇ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਾਂ ਧਿਆਉਣਾ ਹੈ ਇੱਕ ਹੋ ਕੇ, ਇੱਕ ਦ੍ਰਿਸ਼ਟ ਹੋ ਕੇ, ਇੱਕ ਚਿੱਤ ਹੋ ਕੇ। ਤੇ ਏਦਾਂ ਧਿਆਉਣ ਦੇ ਨਾਲ ਜਿਹੜਾ ਅੰਮ੍ਰਿਤ ਬਿਰਖ ਪ੍ਰਗਟ ਹੋ ਜਾਂਦਾ ਹੈ, ਜਿਸ ਨੂੰ ਅੰਮ੍ਰਿਤ ਰੂਪੀ ਫਲ ਲੱਗਦਾ ਹੈ। ਇਸ ਤਰੀਕੇ ਨਾਲ ਆਪਾਂ ਉਸ ਪ੍ਰਭੂ ਦੇ ਦਰਸ਼ਨ ਕਰਕੇ ਗੁਰੂ ਦੇ ਗਿਆਨ ਦੁਆਰਾ ਬੁੱਝ ਕੇ ਤੇ ਆਪਣਾ ਜੀਵਨ ਦਾ ਨਿਬੇੜਾ ਕਰ ਸਕਦੇ ਹਾਂ, ਸਰੀਰ ਦੇ ਵਿੱਚ ਰਹਿ ਕੇ ਹੀ। ਕਿਉਂਕਿ ਬਾਅਦ ਦੇ ਵਿੱਚ ਜੇ ਆਪਾਂ ਕਹੀਏ ਕੋਈ ਸਾਨੂੰ ਬਾਅਦ ਵਿੱਚ ਅਰਦਾਸਾਂ ਕਰਕੇ ਜਾਂ ਸਾਡੇ ਬਾਅਦ ਦੇ ਵਿੱਚ ਜੋ ਸਰਾਧ ਕਰਦੇ ਹਾਂ, ਜੋ ਅਸੀਂ ਬਾਹਰੇ ਕਰਦੇ ਹਾਂ, ਕੋਈ ਛਡਾ ਦੇਗਾ ਨਹੀਂ। ਇਸ ਕਰਕੇ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਹਿ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਿਬੇੜਾ। ਸਰੀਰ ਦੇ ਰਹਿੰਦੇ ਆਪਣਾ ਨਿਬੇੜਾ ਕਰ ਲਈਏ, ਮੁਕਤ ਹੋ ਜਾਈਏ, ਜੀਵਨ ਮੁਕਤ ਹੋ ਜਾਈਏ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।